ਉਹਨੂੰ ਕਿਸੇ ਨੇ ਨੀਲਾ ਥੋਥਾ ਦੇ ਦਿੱਤਾ। ਐਜੂਕੇਸ਼ਨ ਤੋਂ ਪਹਿਲੇ ਤੁਹਾਨੂੰ ਮੈਂ ਇੱਕ ਗੱਲ ਹੋਰ ਸ਼ੇਅਰ ਕਰਨਾ ਚਾਹਾਂਗਾ ਜਿਹੜੀ ਮੇਰੇ ਵਾਸਤੇ ਬੜੀ ਇੰਪੋਰਟੈਂਟ ਹੈ ਕਿ ਸੰਨ 1965 ਔਰ 19 ਅਗਸਤ 1965 ਪਿੰਡੀ ਦਾ ਸ਼ਹਿਰ ਈਦਗਾਹ ਮੱਲਾ ਕਬਰਸਤਾਨ ਈਦਗਾਹ ਜਿੱਥੇ ਮੇਰਾ ਵੱਡਾ ਭਾਈ 19 ਬਰਸ ਦਾ, ਮੈਂ ਉਸ ਲਈ 4 ਬਰਸ ਦਾ। ਜ਼ਿੰਦਗੀ ਦੀ ਪਹਿਲੀ ਮੌਤ ਮੈਂ ਵੇਖੀ ਆਪਣੇ ਭਾਈ ਦੀ, ਔਰ ਯਕੀਨ ਮੰਨੋ ਉਹ ਵੀ ਮੈਂ ਅੱਜ ਤੱਕ ਯਾਦ ਹੈ ਮੈਨੂੰ। ਪੋਲੀਟੈਕਨਿਕ ਰਾਵਲਪਿੰਡੀ 'ਚ ਉਹ ਪੜ੍ਹਨ ਆਇਆ ਸੀ ਪੰਜਾਬ ਤੋਂ, ਗੁਜਰਾਤ ਤੋਂ, ਅਤੇ ਉਹਦੇ ਪਿੱਛੇ ਫਿਰ ਅਸੀਂ ਲੋਕੀ ਮੇਰੇ ਬਾਬਾ ਅਸੀਂ ਪੂਰੀ ਫੈਮਿਲੀ ਪਿੰਡੀ ਸ਼ਿਫਟ ਹੋਏ ਕਿ ਮੇਰਾ ਬਾਪ ਕਹਿੰਦਾ ਸੀ ਕਿ ਮੇਰਾ ਵੱਡਾ ਪੁੱਤਰ ਹੈ ਅਤੇ 19 ਸਾਲ ਦਾ ਅਤੇ ਪਾ ਫੈਕਟਰੀ 'ਚ ਮੁਲਾਜ਼ਮ ਹੋ ਜਾਏਗਾ ਅਤੇ ਸਾਨੂੰ ਕੁਆਟਰ ਮਿਲ ਜਾਏਗਾ, ਅਸੀਂ ਸਾਰੇ ਉੱਥੇ ਰਹਾਂਗੇ। ਔਰ ਅਸੀਂ 6 ਭੈਣ ਭਾਈ ਸਾਂ, 3 ਭਾਈ ਔਰ 3 ਭੈਣਾਂ। ਅਤੇ ਲੇਕਿਨ ਬੈਡ ਲੱਕ ਇਹ ਹੋਇਆ ਕਿ ਜੁਲਾਈ 65 ਵਿੱਚ ਅਸੀਂ ਪਿੰਡੀ ਸ਼ਿਫਟ ਹੁੰਦੇ ਹਾਂ, 19 ਅਗਸਤ ਨੂੰ ਮੇਰਾ ਭਾਈ ਫੌਤ ਹੋ ਜਾਂਦਾ 65 ਵਿੱਚ। ਅਤੇ ਸਾਡੇ ਸਾਰੇ ਖ਼ਾਬ ਮੇਰੇ ਬਾਪ ਦੇ, ਸਾਡੀ ਪੂਰੀ ਫੈਮਿਲੀ ਜਿਹੜੀ ਉਹਦੇ 'ਚ ਸਫ਼ਰ ਕੀਤਾ ਕਿ ਜਿਹਦੀ ਕੋਈ ਇੰਤਹਾ ਨਹੀਂ। ਔਰ ਅਜੇ ਤੱਕ ਅਸੀਂ ਉਸ ਸਾਨਿਆ ਕਹਿ ਲਓ, ਹਾਦਸਾ ਕਹਿ ਲਓ, ਹੋਇਆ ਇੱਕ ਐਸਾ ਵਾਕਿਆ ਕਿ ਮੇਰੇ ਭਾਈ ਨਾਲ ਹੋਸਟਲ ਹੀ ਸੀ ਉਦੋਂ, ਅਸੀਂ ਆਏ, ਉਹਨੂੰ ਕਿਸੇ ਨੇ ਨੀਲਾ ਥੋਥਾ ਦੇ ਦਿੱਤਾ। ਕੋਈ ਯੂਨੀਅਨ ਬਾਜ਼ੀ ਸੀ, ਕੋਈ ਪੋਲੀਟੈਕਨਿਕ ਕਾਲਜ ਰਾਵਲਪਿੰਡੀ ਦੀ, ਸਾਨੂੰ ਤਾਂ ਨਹੀਂ ਪਤਾ ਸੀ, ਲੇਕਿਨ ਬਾਅਦ ਹੀ ਸਾਨੂੰ ਸਮਝ ਆਈ ਕਿ ਸਾਨੂੰ ਤਾਂ ਘਰਦਿਆਂ ਉਸ ਲਈ ਦੱਸਿਆ ਕਿ ਭਾਈ ਬਿਮਾਰ ਹੋ ਗਿਆ ਅਤੇ ਹਸਪਤਾਲ ਇਹ ਹੀ ਸੈਂਟਰਲ ਗੌਰਮੈਂਟ ਹਸਪਤਾਲ ਲੈ ਕੇ ਆਏ, ਜਿਹੜਾ ਹੁਣ ਬੇਨਜ਼ੀਰ ਭੁੱਟੋ ਹਸਪੀਟਲ ਹੈ। ਇੱਥੇ ਫੌਰੀ ਤੌਰ 'ਤੇ 2 ਦਿਨ ਰਿਹਾ, ਲੇਕਿਨ ਉਹ ਸਰਵਾਈਵ ਨਾ ਕਰ ਸਕਿਆ। ਔਰ ਉਹਦੇ ਦੋਸਤ ਵਗੈਰਾ ਬੜੇ ਸਨ, ਔਰ ਉਸ ਲਈ ਜਵਾਨ ਸੀ, 6 ਫੁੱਟ ਉਹਦਾ ਕੱਦ ਸੀ। ਔਰ ਸਾਡੇ ਪੂਰੀ ਫੈਮਿਲੀ ਦੀ ਇੱਕ ਕਹਿ ਲਓ ਉਹ ਸੀ ਆਸ ਸੀ, ਵੱਡਾ ਸੀ ਫੈਮਿਲੀ 'ਚੋਂ। ਬੜਾ ਧੱਕਾ ਲੱਗਾ, ਮੇਰੇ ਬਾਪ ਨੇ ਬੜਾ ਬਰਦਾਸ਼ਤ ਕੀਤਾ, ਕਿਉਂਕਿ ਜਵਾਨ ਔਲਾਦ ਦਾ ਮਈਅਤ ਮਾਂ ਬਾਪ ਦੇ ਕੰਧੇ 'ਤੇ ਜਾਏ ਤਾਂ ਬੜੀ ਤਕਲੀਫ ਹੁੰਦੀ ਹੈ। ਔਰ ਉਹ ਮੇਰੇ ਬਾਪ ਨੇ ਸਹੀ, ਮੇਰੀ ਮਾਂ ਨੇ ਸਹੀ, ਕਿਉਂਕਿ ਮੇਰੀ ਵਾਲਦਾ ਉਸ ਤੋਂ ਬਾਅਦ ਹਾਰਟ ਦੀ ਮਰੀਜ਼ਾਂ ਹੋ ਗਈਆਂ, ਲੇਕਿਨ ਮੇਰਾ ਬਾਪ ਬੜਾ ਬਹਾਦਰ ਸੀ, ਬੜੇ ਸਟੀਲ ਨਰਵਸ ਦੇ ਉਹਨਾਂ ਦੇ ਸਨ, ਕਹਿ ਲਓ ਇੱਕ ਜ਼ਿਮੀਦਾਰ ਹੋਣੇ ਦੇ ਹਵਾਲੇ ਨਾਲ ਉਹਨਾਂ ਦੇ ਜਿਹੜੇ ਸੀ ਆਜ਼ਾ, ਉਹ ਆਪਣੇ ਬੜਾ ਉਹਨਾਂ ਨੇ ਕੀਤਾ ਕਾਬੂ। ਲੇਕਿਨ ਉਹ ਚੱਲਦਾ 65 ਵਿੱਚ ਉਹ ਵਾਕਿਆ ਹੁੰਦਾ। ਔਰ ਫਿਰ 70 'ਚ ਮੈਂ ਪਹਿਲੀ ਵਾਰੀ ਸਕੂਲ ਹੀ ਜਾਂਦਾ ਵਾਂ ਕੱਚੀ 'ਚ, ਔਰ ਸਕੂਲ ਵੀ ਕਿਹੜਾ ਸੀ, ਟਾਟਾਂ ਦਾ, ਟਾਟਾਂ 'ਤੇ ਬਹਿਣਾ ਔਰ ਮਿਸਾਂ ਨੇ ਪੜ੍ਹਾਉਣਾ। ਔਰ ਸਕੂਲ ਦਾ ਨਾਂ ਸੀ ਫੱਟਿਆਂ ਵਾਲਾ ਸਕੂਲ। ਫੱਟਿਆਂ ਵਾਲਾ ਇਸ ਗੱਲ ਕਹਿੰਦੇ ਸਨ ਕਿ ਪਹਿਲੇ ਉੱਥੇ ਫੱਟੇ ਰੱਖ ਕੇ ਨਾ ਬੱਚਿਆਂ ਨੂੰ ਬਾਂਧਦੇ ਹੁੰਦੇ ਸਨ, ਬਾਅਦ ਵਿੱਚ ਫਿਰ ਟਾਟ ਉਹਨਾਂ ਕਰ ਦਿੱਤੇ। ਔਰ ਸਕੂਲ ਜਾਣਾ ਮੈਨੂੰ ਕਦੀ ਵੀ ਪਸੰਦ ਨਹੀਂ ਸੀ, ਤੁਹਾਨੂੰ ਮੈਂ ਦੱਸਾਂ। ਮੈਂ ਹਮੇਸ਼ਾ ਰੋਂਦਿਆਂ ਹੀ ਸਕੂਲ ਗਿਆ। ਮੇਰੀ ਮਾਂ ਮੈਨੂੰ ਖਿੱਚਦੀ ਸੀ, ਸਵੇਰੇ ਉਠਾ ਕੇ ਗਲੀ 'ਚ ਮੇਰੇ ਹੱਥ 'ਚ ਤਖਤੀ ਹੋਣੀ, ਬਸਤਾ ਹੋਣਾ, ਮੈਂ ਟਾਵਾਂ ਮਾਰਦੇ ਹੋਣਿਆ। ਮੇਰੇ ਪਿਓ ਨੇ ਕਹਿਣਾ ਛੱਡ ਸੂ ਅੱਜ ਰਹਿਣ ਦੇ ਸੂ, ਇਹ ਨਹੀਂ ਇਹਦਾ ਦਿਲ ਇਹਦਾ। ਫਿਰ ਕਿਸੇ ਵੇਲੇ ਮੇਰੀ ਮਾਂ ਮੰਨ ਜਾਂਦੀ ਸਨ, ਲੇਕਿਨ ਗੱਲ ਇਹ ਸੀ ਕਿ ਹਮੇਸ਼ਾ ਸ਼ਾਇਦ ਤੁਹਾਨੂੰ ਇਹ ਤਜਰਬਾ ਹੋਏਗਾ ਕਿ ਬਾਪ ਜਿਹੜਾ ਨਾ ਸਪੋਰਟਿਵ ਰੋਲ ਅਦਾ ਕਰਦਾ ਬਚਪਨ ਵਿੱਚ ਬੱਚਿਆਂ ਨਾਲ, ਮਾਂ ਥੋੜ੍ਹੀ ਡਾਢੀ ਲੱਗਦੀ ਹੈ। ਅਤੇ ਉਹ ਹਰ ਵੇਲੇ ਨਾ ਸਾਨੂੰ ਹੁੰਦਾ ਸੀ ਕਿ ਮਾਂ ਜਿਹੜੀ ਹੈ ਨਾ ਇਹ ਜੀ ਕਿ ਅੰਮਾ ਮੈਨੂੰ ਡਾਂਟਦੀ ਹੈ ਅਤੇ ਅੱਬੂ ਜੀ ਤੁਸੀਂ ਠੀਕ ਹੋ ਬਸ। ਅਸੀਂ ਉਸ ਚੱਕਰ 'ਚ ਬਾਪ ਦਾ ਸ਼ੈਡੋ ਲੈਣਾ, ਕਦੀ ਬਹਾਨਾ ਪਾ ਲੈਣਾ ਦਿਲ ਢਿੱਡ ਹੀ ਦਰਦ ਹੈ ਜੀ, ਉਹ ਢਿੱਡ ਦੀ ਦਰਦ ਕਿੱਥੋਂ ਪੜੀ ਜਾਵੇ, ਸਕੂਲ ਨਹੀਂ ਜਾਣਾ, ਉਹ ਢਿੱਡ ਦੀ ਦਰਦ। ਫਿਰ ਜਨਾਬ ਜਿਸ ਘਰ ਹੋਣਾ ਅਤੇ ਫਿਰ ਅਸੀਂ ਸਿਗਰਟਾਂ ਦੀਆਂ ਡੱਬੀਆਂ ਖੇਡੀਆਂ ਨੇ, ਹਾਂਜੀ, ਕੇਟੂ ਹੁੰਦੀ ਸੀ,
ਬਗਲਾ ਹੁੰਦਾ ਸੀ, ਹੈ ਜੀ, ਲਾਲਟੈਨ ਮਾਰਕਾ, ਫਿਰ ਥਰੀ ਕਾਸਲ, ਗੋਲਡ ਲੀਫ, ਕੈਪਸਟਨ, ਵੁਡਬਾਈਨ, ਵਰਜੀਨੀਆ ਇੱਕ ਬੜਾ ਸਿਗਰਟ ਚੱਲਦਾ ਸੀ ਜੀ, ਵਿਲਸ, ਛੋਟਾ ਵਿਲਸ ਹੁੰਦਾ ਸੀ, ਅਤੇ ਬੇਸ਼ੁਮਾਰ ਡੱਬੀਆਂ ਖੇਡੀਆਂ ਜਨਾਬ ਅਸੀਂ, ਉਹ ਵੀ ਬੜਾ ਸ਼ੌਕ ਸੀ। ਬੰਟੇ ਖੇਡੇ ਬੜੇ, ਔਰ ਬੜੇ ਜਨਾਬ ਇੱਕ ਚੱਕਰ ਹੁੰਦਾ ਸੀ ਪਾ ਕੇ, ਅਤੇ ਉਹਦੇ 'ਚ ਲਾਈਨ ਮਾਰ ਕੇ ਅਤੇ ਖੇਡਣਾ। ਫਿਰ ਇੱਕ ਹੁੰਦਾ ਸੀ ਤਾਕ ਜਿਫਤ, ਉਹਨੂੰ ਕਹਿੰਦੇ ਸਨ, ਔਡ ਐਂਡ ਈਵਨਸ, ਉਹ ਖੇਡਣਾ, ਸੱਟਣੇ, ਗੁੱਥੀ ਜੀ ਬੰਨ੍ਹਣੀ ਮਿੱਟੀ ਦੀ, ਉਹਦੇ 'ਚ ਸੁਰਾਖ ਕਰਕੇ ਸੱਟਣਾ, ਉਹ ਬੜੇ ਖੇਡੇ। ਗੁੱਲੀ ਡੰਡਾ ਖੇਡਿਆ, ਉਹ ਬੜੀ ਝਿੜਕਾਂ ਪੈਂਦੀਆਂ ਸਨ ਜਿਹੜੇ ਗੁੱਲੀ ਕਿਸੇ ਨੂੰ ਲੱਗ ਜਾਂਦੀ ਸੀ ਗਲੀ 'ਚ, ਕਿਸੇ ਆਂਟੀ ਮਾਸੀ ਨੂੰ, ਖਾਲਾ ਨੂੰ, ਅਤੇ ਉਹ ਫਿਰ ਉਹ ਗਾਲਾਂ ਕੱਢਦੀ ਸੀ ਐਸੀ ਐਸੀ ਕਰਾਰੀਆਂ ਜਨਾਬ, ਕਿ ਅਜੇ ਤੱਕ ਕੰਨ ਜਿਹੜੇ ਉਹ ਰਿਵਾਈਂਡ ਕਰਦੇ ਨੇ ਅਤੇ ਲਾਲ ਹੋ ਜਾਂਦੇ ਨੇ ਕੰਨ।